गुड इवनिंग एवरीवन। ਅੱਜ ਅਸੀਂ ਗੱਲ ਕਰਾਂਗੇ ਕਿ ਮੋਸਟ ਅੰਡਰ ਵੈਲਿਊਡ ਵਰਚੂ ਕੀ ਹੈ, ਜਿਹਦੀ ਕਿ ਮਾਡਰਨ ਵਰਲਡ ਦੇ ਵਿੱਚ ਬਹੁਤ ਘੱਟ ਕੀਮਤ ਪਾਈ ਜਾਂਦੀ ਹੈ, ਬਹੁਤ ਘੱਟ ਉਹਨੂੰ ਵੈਲਿਊ ਕੀਤਾ ਜਾਂਦਾ ਹੈ। ਦੈਟ ਇਜ਼ ਹਿਊਮਿਲਿਟੀ ਔਰ ਹੰਬਲਨੈਸ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਹੰਬਲ ਹੋਣ ਨੂੰ ਕੋਈ ਬਹੁਤਾ ਸਕਸੈਸ ਦੇ ਨਾਲ ਰਿਲੇਟਡ ਨਹੀਂ ਮੰਨਿਆ ਜਾਂਦਾ। ਰਾਦਰ ਜਿੰਨਾ ਕੋਈ ਇਨਸਾਨ ਬੋਸਟਫੁਲ ਹੁੰਦਾ ਹੈ, ਜਿੰਨਾ ਉਹਨੂੰ ਗਰਵ ਹੁੰਦਾ ਹੈ, ਭਾਵੇਂ ਉਹ ਗਰਵ ਉਹਨੂੰ ਤਨ ਦਾ ਹੋਵੇ ਕਿ ਮੈਂ ਸੋਹਣਾ ਬਹੁਤ ਹਾਂ, ਮੈਂ ਜਵਾਨ ਬਹੁਤ ਹਾਂ, ਜਾਂ ਧਨ ਦਾ ਹੋਵੇ ਕਿ ਬਹੁਤ ਪੈਸਾ, ਕੋਠੀਆਂ, ਰਾਜਾ ਹਾਂ ਮੈਂ, ਜਾਂ ਉੱਚੀ ਪੋਸਟ ਦਾ ਹੋਵੇ। ਜਿੰਨਾ ਉਹਨੂੰ ਜ਼ਿਆਦਾ ਗਰਵ ਹੁੰਦਾ ਹੈ, ਓਨਾ ਉਹ ਜ਼ਿਆਦਾ ਬੋਸਟਫੁਲ ਹੁੰਦਾ, ਓਨਾ ਉਹਦਾ ਜਿਹੜਾ ਬਿਹੇਵੀਅਰ ਹੈ ਉਹ ਅਨਕਾਇੰਡ ਐਂਡ ਐਰੋਗੈਂਟ ਹੁੰਦਾ। ਬਟ ਸਭ ਤੋਂ ਪਹਿਲਾਂ ਤਾਂ ਸਮਝਣ ਵਾਲੀ ਗੱਲ ਇਹ ਵੈ, ਇਫ ਵੀ ਆਰ ਬੋਸਟਫੁਲ ਔਰ ਇਫ ਵੀ ਆਰ ਐਰੋਗੈਂਟ, ਇਜ਼ ਇਟ ਅ ਪੋਜ਼ੀਟਿਵ ਵਰਚੂ ਔਰ ਇਜ਼ ਇਟ ਅ ਨੈਗੇਟਿਵ ਵਰਚੂ, ਐਂਡ ਹਾਊ ਇਟ ਅਫੈਕਟਸ ਅਸ। ਇਹ ਸਾਨੂੰ ਫਾਇਦਾ ਕਰਦਾ ਹੈ ਜਾਂ ਨੁਕਸਾਨ ਕਰਦਾ ਹੈ। ਸਰਟਨਲੀ ਜਿੰਨਾ ਤੁਸੀਂ ਆਪਣੇ ਕਰੈਕਟਰ ਨੂੰ, ਆਪਣੇ ਤਨ ਨੂੰ, ਆਪਣੇ ਧਨ ਨੂੰ, ਆਪਣੀ ਪੋਜੀਸ਼ਨ ਨੂੰ ਜ਼ਿਆਦਾ ਫਲੌਂਟ ਕਰਦੇ ਹੋ, ਉਹਦੇ ਨਾਲ ਦੂਸਰੇ ਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਈਰਖਾ ਦੀ, ਜੈਲਸੀ ਦੀ ਭਾਵਨਾ ਆਉਂਦੀ ਹੈ, ਵਿਚ ਇਜ਼ ਅ ਨੈਗੇਟਿਵ ਵਰਚੂ। ਸੋ ਇਟ ਇਜ਼ ਡੈਟਰੀਮੈਂਟਲ ਟੂ ਯੂ ਓਨਲੀ, ਐਂਡ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਦੁਸ਼ਮਣ ਪੈਦਾ ਕਰ ਲੈਂਦੇ ਹੋ। ਸੋ ਇਟ ਇਜ਼ not a favorable virtue to you also. On the other hand, ਜਿੰਨੇ ਤੁਸੀਂ humble ਹੋ, even if you have certain qualities and you are not boasting of those qualities, people will have empathy or sympathy with you, और ਤੁਹਾਡੇ ਸਪੋਰਟਰਸ ਜਿਹੜੇ ਨੇ ਲਾਈਫ ਦੇ ਵਿੱਚ ਉਹ ਵਧਣਗੇ, which is a positive situation for you. So ਪਹਿਲਾਂ ਤਾਂ ਸਮਝਣ ਵਾਲੀ ਗੱਲ ਹੀ ਇਹੀ ਹੈ ਕਿ ਐਰੋਗੈਂਟ ਹੋਣਾ ਇੱਕ ਨੈਗੇਟਿਵ ਟ੍ਰੇਟ ਹੈ, ਜਿਹੜਾ ਕਿ ਤੁਹਾਡਾ ਹੀ ਨੁਕਸਾਨ ਕਰ ਜਾਂਦਾ। Right? Now the next thing to understand is that किस गल दा गुमान, किस वास्ते गुमान, जदों के सारे दे सारे असी मिट्टी हैगे आ ते मिट्टी च ही मिल जाना है। इन्ने वड्डे जिहड़े राजे सी, शहनशाह सी, तख्तो ताज़ां दे मालक सी, या जे तुसी कह लो कि किसी कंट्री दे कोई प्रेजिडेंट, प्राइम मिनिस्टर या कोई सैलेब्स है, जे वो नहीं अज तक टिक सके तो असी कित्थों टिक जावांगे। फिर किस चीज़ का गुमान, और जिहड़ी मशरूम हुंदी है ना, जिन्होंने असी खुंबा कहने, चिट्टियां खुंबा कहने, उन्हां दा एक डिटरमिंड लाइफ पीरियड हुंदा है कि जदों सवेर हुंदी है वो ग्रो कीतियां हुंदियां ते शाम जदों तकन सूरज हुंदा है उदों तकन उन्हां दा लाइफ पीरियड हुंदा है। उस तो बाद वो जड़ियां ने मुरझा जांदियां ने। सो जे काउंट किया जाए तो जे खुंबां दी भी जिहड़ी लाइफ है ना, वो 8 पैर मन्नी जाती है। तो बानी च भी लिखी है गल कि जिहड़ियां खुंबां ने उहदी लाइफ जे 8 पैर है पक्की, और इंसान दे ते अगले साह दा नहीं भरोसा, तो फिर किस गल दा गर्व ते गुमान। राइट नाउ इनू जदों गुरु गोबिंद सिंह जी ने चमकौर की जंग तो बाद औरंगजेब नू जफरनामा लिखा सी, और उस जफरनामे का मतलब होंदा है जित की चिट्ठी। जित की चिट्ठी जदों उन्हां दे पिता जी की भी शहीदी हो गई, जदों उन्हां दे साहिबजादियां की भी शहीदी हो गई, जदों उन्हां दा सारा परिवार भी छुट गया, इस तो बाद उन्हां दे
ਜਿਹੜੇ ਸਪਿਰਿਟਸ ਇੰਨੀਆਂ ਹਾਈ ਸੀ, ਬੁਲੰਦ ਸੀ ਕਿ ਉਹਨਾਂ ਨੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮੇ ਦੀ ਚਿੱਠੀ ਲਿਖੀ ਸੀ, ਜਿਹਨੂੰ ਕਿ ਜਿੱਤ ਦੀ ਚਿੱਠੀ ਕਿਹਾ ਜਾਂਦਾ ਹੈ, ਉਹਨੂੰ ਪੜ੍ਹ ਕੇ ਔਰੰਗਜ਼ੇਬ ਐਸਾ ਬਿਮਾਰ ਹੋ ਗਿਆ ਸੀ ਕਿ ਉਸ ਤੋਂ ਬਾਅਦ ਉਹ ਮੰਜੇ ਤੋਂ ਨਹੀਂ ਉੱਠ ਸਕਿਆ ਸੀ। ਔਰ ਉਸ ਜ਼ਫਰਨਾਮੇ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਸੀ? ਉਹਨਾਂ ਨੇ ਲਿਖਿਆ ਸੀਗਾ ਕਿ ਔਰੰਗਜ਼ੇਬ, ਤੂੰ ਕੀ ਸਮਝਦਾ ਹੈ ਕਿ ਤੂੰ ਮੇਰੇ ਪਿਤਾ ਨੂੰ, ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰ ਦਿੱਤਾ, ਤੂੰ ਮੇਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ, ਅਤੇ ਇਸ ਤੋਂ ਬਾਅਦ ਤੂੰ ਸਮਝਦਾ ਕਿ ਤੇਰੇ ਘਰ ਦੇ ਵਿੱਚ ਹਾਸੇ ਜਿਹੜੇ ਨੇ ਉਹ ਸਦੀਵੀ ਰਹਿਣਗੇ ਤੇਰੇ ਮਹਿਲਾਂ ਦੇ ਵਿੱਚ? ਨਹੀਂ, ਉਹ ਸਦੀਵੀ ਨਹੀਂ ਰਹਿਣਗੇ। ਜਿਸ ਦੁਨੀਆ ਦੇ ਵਿੱਚ, ਜਿਸ ਮਹਿਲ ਦੇ ਵਿੱਚ ਤੂੰ ਰਹਿ ਰਿਹਾ ਵੈ, ਇਹ ਤੇਰਾ ਮਹਿਲ ਨਹੀਂ ਹੈ, ਇਹ ਸਰਾਂਵ ਹੈ। ਇਸ ਤੋਂ ਪਹਿਲਾਂ ਤੇਰੇ ਮਹਿਲ ਦੇ ਵਿੱਚ ਤੇਰਾ ਪਿਤਾ ਸ਼ਾਹਜਹਾਂ ਰਹਿੰਦਾ ਸੀ, ਦੱਸ ਉਹ ਅੱਜ ਕਿੱਥੇ ਹੈ? ਲੱਭਦਾ ਉਹ ਮਹਿਲ ਦੇ ਵਿੱਚ? ਅਤੇ ਉਸ ਤੋਂ ਪਹਿਲਾਂ ਤੇਰਾ ਦਾਦਾ ਜਹਾਂਗੀਰ ਰਹਿੰਦਾ ਸੀ, ਉਹ ਅੱਜ ਲੱਭਦਾ ਮਹਿਲ ਦੇ ਵਿੱਚ? ਅਤੇ ਇਹ ਕਾਲ ਦਾ ਚੱਕਰ ਜਿਹੜਾ ਇਹ ਸਾਰਿਆਂ ਦੇ ਸਿਰ ਦੇ ਉੱਤੇ ਘੁੰਮ ਰਿਹਾ, ਅਤੇ ਫਿਰ ਕਿਸ ਗੱਲ ਦਾ ਗਰਬ ਅਤੇ ਕਿਸ ਗੱਲ ਦਾ ਮਾਣ? ਸੋ ਜਦੋਂ ਕੋਈ ਗੋਲਡ ਮੈਡਲ ਵੀ ਜਿੱਤ ਕੇ ਆਉਂਦਾ ਹੈ ਨਾ ਕਿਸੇ ਗੇਮ ਦੇ ਵਿੱਚੋਂ ਜਾਂ ਕਿਸੇ ਕੰਪੀਟੀਸ਼ਨ ਦੇ ਵਿੱਚੋਂ, ਅਤੇ ਉਹਨੂੰ ਵੀ ਗਲੇ ਦੇ ਵਿੱਚ ਪਵਾਉਣ ਤੋਂ ਪਹਿਲਾਂ ਜਿਹੜਾ ਨਾ ਆਪਣਾ ਸਿਰ ਝੁਕਾਉਣਾ ਪੈਂਦਾ। ਸੋ ਦੈਟ ਇਜ਼ ਦੀ ਵੇ to learn that even if you are the winner, you have to be humble in your life. So that is it. Thank you so much. So I just tried to take this topic in a very different way ਕਿ ਪਹਿਲਾਂ ਤਾਂ ਇਹ ਸੋਚੋ ਕਿ ਜੇ ਅਸੀਂ ਬੋਸਫੁਲ ਹੈਗੇ ਹਾਂ ਕਿਸੇ ਵੀ ਚੀਜ਼ ਕਰਕੇ, ਆਪਣੇ ਤਨ ਕਰਕੇ, ਧਨ ਕਰਕੇ ਜਾਂ ਮਨ ਕਰਕੇ, ਜਿਹਦੇ ਕੋਲ ਕੁਝ ਵੀ ਨਹੀਂ ਹੁੰਦਾ ਨਾ, ਜਵਾਨੀ ਵੀ ਹੁੰਦੀ ਹੈ ਨਾ, ਉਹ ਬੰਦੇ ਨੂੰ ਵੀ ਬੜਾ ਹੰਕਾਰ ਹੁੰਦਾ ਹੈ। ਪਰ ਇਹ ਗੱਲ ਸੋਚਣ ਵਾਲੀ ਹੈ ਕਿ ਜਦੋਂ ਅਸੀਂ ਬੋਸਫੁਲ ਹੋਵਾਂਗੇ ਲਾਈਫ ਵਿੱਚ, ਅਸੀਂ ਆਪਣੇ ਦੁਸ਼ਮਣ ਪੈਦਾ ਕਰਾਂਗੇ, ਅਸੀਂ ਕਦੀ ਵੀ ਆਪਣੇ ਸਪੋਰਟਰਸ ਪੈਦਾ ਨਹੀਂ ਕਰ ਸਕਦੇ। ਸੋ ਇਟ ਇਜ਼ ਡੈਟਰੀਮੈਂਟਲ ਟੂ ਆਵਰ ਓਨ ਪਰਸਨੈਲਿਟੀ। ਦੂਸਰੀ ਗੱਲ, ਕੁਝ ਨਹੀਂ ਟਿਕਣਾ ਜ਼ਿੰਦਗੀ ਦੇ ਵਿੱਚ। ਲਾਈਫ ਸਰਾਂ ਹੈਗੀ ਹੈ, ਸਰਾਂ ਚਾਹੁੰਦੇ ਹਾਂ, ਸਭ ਕੁਝ ਛੱਡ ਕੇ ਚਲੇ ਜਾਈਦਾ। ਕੁਝ ਨਾਲ ਨਾ ਆਇਆ ਸੀ, ਕੁਝ ਨਾਲ ਜਾਣਾ ਨਹੀਂ ਹੈ। ਸੋ ਕਿਸ ਗੱਲ ਦਾ ਹੰਕਾਰ? ਥੋੜ੍ਹੀ ਜਿਹੀ ਵੀ ਮਿੱਟੀ ਪੈ ਜਾਏ ਨਾ ਸਰੀਰ ਉੱਤੇ, ਫਟਾਫਟ ਝਾੜੀ ਦੀ ਹੈ, ਇੰਝ ਕਰਕੇ ਝਾੜੀ ਦੀ ਹੈ। ਜਿਸ ਕਿ ਸਮਝਣ ਵਾਲੀ ਗੱਲ ਕੀ ਹੈ, ਮਿੱਟੀ 'ਤੇ ਮਿੱਟੀ ਪੈਂਦੀ ਪਈ ਹੈ। ਜੇ ਇਸ ਗੱਲ ਨੂੰ ਦਿਮਾਗ ਵਿੱਚ ਲਿਆਓਗੇ, ਰੱਖੋਗੇ ਕਿ ਅਸੀਂ ਮਿੱਟੀ ਦੇ ਪੁਤਲੇ, ਹਰ ਵੇਲੇ ਇਸ ਗੱਲ ਨੂੰ ਦਿਮਾਗ 'ਚ ਰੱਖੋਗੇ, ਫਿਰ ਇਹ ਜਿਹੜਾ ਹੰਕਾਰ ਆਉਂਦਾ ਨਾ ਕਿਸੇ ਛੋਟੇ ਮੋਟੇ ਸਕਸੈਸ ਨਾਲ ਹੀ, ਆਈ ਵਿਲ ਕਾਲ ਇਟ ਓਨਲੀ ਛੋਟਾ ਮੋਟਾ ਸਕਸੈਸ, ਠੀਕ ਹੈ। ਸਿਕੰਦਰ ਨੇ ਸਾਰੀ ਦੁਨੀਆ ਜਿੱਤ ਲਈ ਸੀ, ਫਿਰ ਵੀ ਖਾਲੀ ਹੱਥ ਗਿਆ ਸੀਗਾ। ਸੋ ਸਾਡੇ ਤਾਂ ਸਕਸੈਸ ਹੀ ਬੜੇ ਛੋਟੇ ਛੋਟੇ ਹੈ। ਕੋਈ ਵੱਡੀ ਪੋਸਟ 'ਤੇ ਲੱਗ ਜਾਂਦਾ, ਕੋਈ ਥੋੜ੍ਹੇ ਲੱਖ ਕਮਾ ਲੈਂਦਾ, ਕੋਈ ਕਰੋੜ ਕਮਾ ਲੈਂਦਾ, ਬਟ ਅਲਟੀਮੇਟਲੀ ਦਿਸ ਇਜ਼ ਨਾਟ ਅ ਬਿਗ ਡੀਲ ਰਾਦਰ, ਠੀਕ ਹੈ। ਜਦੋਂ ਤੁਹਾਡੀਆਂ ਜਨਰੇਸ਼ਨਸ ਦਾਦੇ ਪਿਓ ਤੁਰ ਗਏ ਅਤੇ ਅਸੀਂ ਵੀ ਤੁਰ ਜਾਣਾ, ਅਤੇ ਫਿਰ ਕਿਸ ਚੀਜ਼ ਦਾ ਹੰਕਾਰ ਕਰਨਾ? ਸੋ ਟਰਾਈ ਟੂ ਬੀ ਹੰਬਲ in your life. It will fetch you more friends, it will make you more graceful, it will keep you more happy in your